If India changes its attitude towards Russia, the war will end, Zelensky. ਜਦੋਂ ਮੋਦੀ ਮਾਸਕੋ ਦੇ ਵਿੱਚ ਸੀ ਉਦੋਂ ਰਸ਼ੀਆ ਨੇ ਤਾਬੜਤੋੜ ਹਮਲੇ ਯੂਕਰੇਨ ਦੇ ਹਸਪਤਾਲ ਦੇ ਉੱਤੇ, ਸਕੂਲ ਦੇ ਉੱਤੇ ਕਰਕੇ ਬੱਚੇ ਵੀ ਮਾਰੇ ਔਰ ਦੂਜੇ ਵੀ। ਜਦੋਂ ਪੁਤਿਨ ਨੂੰ ਮਿਲਣੇ ਗਿਆ ਉਹਨੂੰ ਭੰਨਿਆ ਸੀ ਕਿ ਵੀ ਇਹ ਕਿਵੇਂ ਹੋ ਸਕਦਾ ਕਿ ਆਪਣੇ ਆਪ ਨੂੰ ਲੋਕਤੰਤਰੀ ਤਾਕਤ ਕਹਾਉਣ ਵਾਲਾ ਜਿਹੜਾ ਹੈ ਉਹ ਉੱਥੇ ਬੈਠਾ ਹੈ ਜਦੋਂ ਕਿ ਇਨੋਸੈਂਟ ਬੱਚੇ ਔਰ ਇਨੋਸੈਂਟ ਸਿਟੀਜ਼ਨ ਮਾਰੇ ਜਾ ਰਹੇ ਨੇ। If India and Indians change their attitude towards Russia, the war will end because Russian President Vladimir Putin will end it. He was talking of India's record-breaking deals for oil from Russia. Putin है उन्हें war economy बनाई है and billions are coming from India. कि जो तुसी उन्हें sustain तुसी किया है, we should stop giving money in strengthening Russian arms. ਜਿਹੜਾ ਪੈਕੇਜ ਅਮਰੀਕਾ ਵੱਲੋਂ ਦਿੱਤਾ ਜਾ ਰਿਹਾ ਹੈ, 에ਅਰ ਡਿਫੈਂਸ ਮਿਸਲਸ ਟੂ ਪ੍ਰੋਟੈਕਟ ਯੂਕਰੇਨਸ ਕ੍ਰਿਟੀਕਲ ਇਨਫਰਾਸਟਰਕਚਰ, ਕਾਊਂਟਰ ਡਰੋਨ ਇਕਵਿਪਮੈਂਟ, ਐਂਟੀ ਆਰਮਰ ਮਿਸਲਸ ਟੂ ਡਿਫੈਂਡ ਅਗੇਂਸਟ ਰਸ਼ੀਆਜ਼ ਇਵੋਲਵਿੰਗ ਟੈਕਟਿਕਸ ਇਨ ਦ ਬੈਟਲਫੀਲਡ, and ammunition for frontline soldiers and the mobile rocket systems that protect them. Biden ने कहा कि रशिया जो है will not prevail in this conflict. The independent people of Ukraine will prevail, and United States, our allies and our partners, will continue to stand with them every step of the way. ਅਸੀਂ 400 ਇੰਡੀਵਿਜੂਅਲਸ ਦੇ ਉੱਤੇ ਜਿਹੜੀਆਂ ਇਹਨਾਂ ਇੰਡੀਵਿਜੂਅਲ ਇੰਡੀਅਨ ਵੀ ਨੇ ਜ਼ਿਆਦਾ ਔਰ ਰਸ਼ੀਅਨ ਵੀ ਨੇ, ਉਹਨਾਂ ਦੇ ਉੱਤੇ ਅਸੀਂ ਆਰਥਿਕ ਪਾਬੰਦੀਆਂ ਲਾਈਆਂ ਕਿਉਂਕਿ ਇਹ ਉਹ ਨੇ ਜਿਹੜੇ ਕਿ ਆਪਣੇ ਪ੍ਰੋਡਕਟ ਰਸ਼ੀਆ ਦੇ ਨਾਲ ਡੀਲ ਕਰਕੇ ਰਸ਼ੀਆ ਨੂੰ ਸਸਟੇਨ ਕਰ ਰਹੇ ਨੇ ਇਕਨੋਮਿਕਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਦ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਾਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀਰਾ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀਰਾ ਸਾਹਿਬ ਅੱਜ 23 ਅਗਸਤ 2024 8 ਭਾਦੋਂ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ LA ਕੈਲੀਫੋਰਨੀਆ ਤੋਂ ਸਰਦਾਰ ਪਰਮਦੀਪ ਸਿੰਘ ਜਰਾ ਵੱਲੋਂ। ਸੈਨਾ ਨੇ ਇਹ ਬੇਨਤੀ ਕੀਤੀ ਹੈ ਕਿ TV84 ਦੀ ਵੱਧ ਤੋਂ ਵੱਧ ਸਪੋਰਟ ਕਰੋ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਉਹ ਲੋਚਦੇ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਉਹ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਰਮਦੀਪ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਨੌਟੰਕੀਬਾਜ਼ ਪ੍ਰਧਾਨ ਮੰਤਰੀ ਮੋਦੀ ਯੂਕਰੇਨ ਦਾ 7 ਘੰਟੇ ਦਾ ਦੌਰਾ ਕਰਕੇ ਵਾਪਸ ਪਰਤ ਗਿਆ ਹੈ ਔਰ ਇਸ ਦੌਰੇ ਦੌਰਾਨ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਮੋਦੀ ਨੂੰ ਖਰੀਆਂ ਸੁਣਾਈਆਂ ਨੇ
ਔਰ ਜ਼ੈਲੈਂਸਕੀ ਨੇ ਕਿਹਾ ਹੈ ਕਿ ਜੇ ਭਾਰਤ ਰੂਸ ਦਾ ਤੇਲ ਖਰੀਦਣਾ ਬੰਦ ਕਰ ਦੇਵੇ ਤਾਂ ਰੂਸ ਫੌਰਨ ਹੀ ਜੰਗਬੰਦੀ ਉਸ ਨੂੰ ਜਿਹੜੀ ਆ ਕਰਨੀ ਪਏਗੀ। ਸੋ ਮੋਦੀ ਦਾ ਚਿਹਰਾ ਸਮੁੱਚੇ ਦੌਰੇ ਦੌਰਾਨ ਸ਼ਰਮਿੰਦਗੀ ਭਰਿਆ ਸੀ। ਹਾਲਾਂਕਿ ਇਹ ਸਿਰੇ ਦਾ ਜਿਹੜਾ ਹੈ ਬੇਸ਼ਰਮ ਹੈ ਔਰ ਯੂਕਰੇਨ ਦਾ ਇਹ ਦੌਰਾ ਵੀ ਅਮਰੀਕਨ ਦਬਾਅ ਹੇਠ ਹੀ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਪਰਮਦੀਪ ਸਿੰਘ ਲਾਸ ਏਂਜਲਸ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬੜਾ ਹੀ ਪਿਆਰਾ ਪਰਿਵਾਰ ਹੈ। ਜਦੋਂ ਇਹ ਨਿਊਯਾਰਕ ਵੀ ਆਉਂਦੇ ਨੇ ਆਪਣੇ ਕਿਸੇ ਆਫੀਸ਼ੀਅਲ ਮੀਟ ਦੇ ਦੌਰਾਨ ਤੇ ਯਕੀਨੀ ਬਣਾਉਂਦੇ ਨੇ ਕਿ ਸਾਡੇ ਨਾਲ ਜ਼ਰੂਰ ਮੁਲਾਕਾਤ ਕਰਨ। ਨਾਈਸ। ਬੱਚਿਆਂ ਨੂੰ ਵੀ ਬੜੇ ਗੁਰਸਿੱਖੀ ਮਾਹੌਲ ਦੇ ਵਿੱਚ ਇਹ ਪਾਲ ਰਹੇ ਨੇ ਔਰ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਔਰ ਇਸ ਗੱਲ ਦੀ ਉਹ ਵਜ਼ਾਹਤ ਵੀ ਕਰਦੇ ਨੇ ਬਾਕੀਆਂ ਸਾਹਮਣੇ ਕਿ ਟੀਵੀ 84 ਦਾ ਇੱਕ ਆਪਣਾ ਯੂਨੀਕ ਰੋਲ ਹੈ ਨੈਰੇਟਿਵ ਸੈਟਿੰਗ ਦਾ। ਔਰ ਜਦੋਂ ਉਹਨਾਂ ਦੇ ਨਾਲ ਮੈਂ ਫਾਈਨੈਂਸ਼ੀਅਲ ਸਿਚੁਏਸ਼ਨ ਵੀ ਡਿਸਕਸ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਭਾਈ ਕੋਈ ਨਹੀਂ, ਅਸੀਂ ਹੋਰ ਪਾਸਿਓਂ ਔਖੇ ਸੌਖੇ ਹੋ ਲਵਾਂਗੇ, ਅਸੀਂ ਟੀਵੀ 84 ਨੂੰ ਜਾਰੀ ਰੱਖਾਂਗੇ ਔਰ ਉਹਨਾਂ ਨੇ ਬੜਾ ਲਿਬਰਲੀ ਡੋਨੇਟ ਕੀਤਾ। ਨਾਈਸ। ਸੋ ਅਸੀਂ ਇਹ ਸਾਰੇ ਵੀਰ ਜਿਹੜੇ ਆਈਟੀ ਸੈਕਟਰ ਨਾਲ ਸੰਬੰਧਿਤ ਸਟਰਗਲ ਵੀ ਕਰਦੇ ਨੇ, ਆਪਣੀਆਂ ਜੌਬਸ ਵੀ ਇਹਨਾਂ ਦੀਆਂ ਅਨਸਰਟਨ ਨੇ ਕਿਉਂਕਿ ਜੌਬ ਕੰਡੀਸ਼ਨਸ ਆਪਣੇ ਫੀਲਡ ਦੇ ਬਹੁਤ ਮਾਹਿਰ ਨੇ, ਪਰ ਜਿਵੇਂ ਦੱਸ ਰਹੇ ਸੀ ਕਿ ਕਈ ਵਾਰ ਕੰਪਨੀਆਂ ਦੇ ਵਿੱਚ ਜਿਹੜੀ ਤੁਹਾਡੀ ਯੋਗਤਾ ਹੁੰਦੀ ਹੈ, ਤੁਹਾਡੀ ਐਬਿਲਿਟੀ ਹੁੰਦੀ ਹੈ, ਉਹੀ ਤੁਹਾਡੇ ਲਈ ਖਤਰਾ ਵੀ ਬਣ ਜਾਂਦੀ ਹੈ। ਕਿਉਂਕਿ ਜਿੰਨਾ ਮਰਜ਼ੀ ਅਸੀਂ ਕਹੀਏ, ਜਦੋਂ ਅਸੀਂ ਨਸਲਵਾਦ ਜਾਂ ਡਿਸਕ੍ਰਿਮੀਨੇਸ਼ਨ ਜਾਂ ਦੂਸਰੇ ਦੀ ਗੱਲ ਕਰਦੇ ਹਾਂ, ਅਲਟੀਮੇਟਲੀ ਕਿਤੇ ਨਾ ਕਿਤੇ ਜਿਹੜੇ ਲੋਕ ਉੱਪਰ ਹਾਈ ਪੋਜੀਸ਼ਨਸ ਤੇ ਬੈਠੇ ਹੁੰਦੇ ਨੇ ਉਹ ਤੁਹਾਨੂੰ ਇੱਕ ਜਿਹੜਾ ਉਹ ਬੌਂਡਡ ਲੇਬਰ ਵਾਂਗ ਤਾਂ ਠੀਕ ਰਹਿੰਦਾ ਕਿ ਜਿੰਨੀ ਕੁ ਦੇਰ ਤੁਸੀਂ ਉਸ ਦਾਇਰਾਕਾਰ 'ਚ ਉਸ ਰੋਲ 'ਚ ਰਹੋ ਜਿਹੜਾ ਤੁਹਾਨੂੰ ਦਿੱਤਾ ਜਾਂਦਾ। ਪਰ ਜੇ ਤੁਹਾਡੀ ਐਬਿਲਿਟੀ ਤੁਹਾਨੂੰ ਕਿਤੇ ਹੋਰ ਲੈ ਕੇ ਜਾਂਦੀ ਹੈ ਤੇ ਉਹ ਕਿਸੇ ਹੋਰ ਦਾ ਪੱਤਾ ਸਾਫ਼ ਕਰਦੀ ਹੈ ਤੇ ਫਿਰ ਜਿਹੜਾ ਹੈ ਉਹ ਕੋਈ ਨਾ ਕੋਈ ਆਨਾ ਬਹਾਨਾ ਬਣਾ ਕੇ ਤੁਹਾਨੂੰ ਗੁੱਠੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਅਸੀਂ ਵੀਰ ਪਰਮਦੀਪ ਸਿੰਘ ਉਹਨਾਂ ਦੀ ਸਿੰਘਣੀ ਸਾਹਿਬਾ ਵੀ ਜਿਹੜੇ ਮਿਲਣ ਲਈ ਵੀ ਆਏ, ਜਿੱਥੇ ਮੈਂ ਠਹਿਰਿਆ ਸੀ, ਲਗਾਤਾਰਤਾ ਨਾਲ ਗੁਫ਼ਤਗੂ ਵੀ ਹੋਈ। ਇਹਨਾਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਜ਼ਿਕਰ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਕਿਵੇਂ ਇਸ ਵੇਲੇ ਅਮਰੀਕਾ ਨੇ ਪਹਿਲਾਂ ਤਾਂ ਇਕੱਲੀ ਬਾਂਹ ਹੀ ਮਰੋੜੀ ਸੀ ਕਿ ਮੋਦੀ ਦੀ ਧੌਣ ਤੇ ਗੋਡਾ ਧਰਿਆ ਹੈ ਔਰ ਉਸ ਦਾ, ਕਿਉਂਕਿ ਅਮਰੀਕਾ ਇੱਕ ਗੱਲ ਬੜੀ ਕਲੀਅਰ ਹੈ ਔਰ ਅਮਰੀਕਨ ਫੋਰਨ ਪਾਲਿਸੀ ਦੇ ਵਿੱਚ ਵਿਜ਼ੀਬਲ ਵੀ ਹੁੰਦੀ ਹੈ। ਹਾਲਾਂ ਅਸੀਂ ਜਿਵੇਂ ਕੱਲ੍ਹ ਵੀ ਜ਼ਿਕਰ ਕੀਤਾ ਕਿ ਜਿੰਨਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਫਲॉप ਇਹ ਟੈਨਿਓਰ ਹੈ ਫੋਰਨ ਪਾਲਿਸੀ ਦੇ ਮਾਮਲੇ 'ਚ, ਉਹਨਾਂ ਮੈਂ ਕਿਹਾ ਸੀ ਕਿ 20ਵੀਂ ਸਦੀ 'ਚ, ਕਿਉਂਕਿ 21ਵੀਂ 'ਚ ਤਾਂ ਨਜ਼ਰ ਆ ਹੀ ਰਿਹਾ ਪੋਸਟ 9/11 ਤਾਂ ਪੋਲੀਟਿਕਸ ਬਦਲੀ ਪਰ ਈਵਨ 20ਵੀਂ ਸਦੀ ਦੇ ਵਿੱਚ ਜਦੋਂ ਕਿ ਕਿਤੇ ਮੌਨਰੋ ਡਾਕਟਰੀਨ ਹੈ, ਕਿਤੇ ਹੈਨਰੀ ਕਿਸਿੰਜਰ, ਕਿਤੇ ਦੂਸਰੇ ਲੋਕ ਬ੍ਰਿਲੀਅੰਟ ਲਾਈਨਸ, ਭਾਵੇਂ ਨਿਕਸਨ ਬਾਅਦ ਦੇ ਵਿੱਚ ਉਹਨੂੰ ਜਿਹੜਾ ਪ੍ਰੈਜ਼ੀਡੈਂਸੀ ਛੱਡਣੀ ਪਈ, ਇੰਪੀਚਮੈਂਟ ਦੀ ਤਲਵਾਰ ਲਟਕ ਰਹੀ ਸੀ, ਪਰ ਉਸ ਨੇ ਬ੍ਰੇਕ ਥਰੂ ਕੀਤਾ ਸੀ ਕਿ ਚਾਈਨਾ ਜੇ ਇਸ ਨੂੰ ਬਿਲਕੁਲ ਰੈਕਗਨਾਈਜ਼ ਨਹੀਂ ਸੀ ਕੀਤਾ ਹੋਇਆ ਔਰ ਉਸ ਦੇ ਨਾਲ ਜਿਹੜੀ ਬਰਫ਼ ਸੀ ਉਹਨੂੰ ਪਿਘਲਾਇਆ। ਹੈਨਰੀ ਕਿਸਿੰਜਰ ਨੇ ਖੁਫੀਆ ਦੌਰਾ ਕੀਤਾ ਵਾਇਆ ਪਾਕਿਸਤਾਨ, ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ, ਉਹ ਇੱਕ ਵੱਡੇ ਕੰਡਿਊਟ ਸੀ ਉਹ ਚਾਈਨਾ ਔਰ ਅਮਰੀਕਾ ਦੇ ਸੰਬੰਧ ਬਣਾਉਣ 'ਚ। ਪਰ ਇਹ ਅਮਰੀਕਾ ਦੇ ਹਿੱਸੇ ਆਇਆ ਕਿ ਕਈ ਵਾਰ ਜਿੱਥੇ ਡਿਫੀਟ ਵੀ ਹੁੰਦੀ ਹੈ ਉੱਥੇ ਕੋਸ਼ਿਸ਼ ਕਰਦੇ ਨੇ ਕਿ ਭਾਈ ਉਸ ਨੂੰ ਕੋਈ ਪੱਕਾ ਨਹੀਂ ਬਣਾ ਲੈਂਦੇ, ਉਹਨੂੰ ਫਿਰ ਜਿਹੜਾ ਵਾਪਸ ਜੋੜ ਲੈਂਦੇ ਨੇ। ਜਿਵੇਂ ਵੀਅਤਨਾਮ, ਹੁਣ ਵੀਅਤਨਾਮ 'ਚ ਜੋ ਅਮਰੀਕਾ ਨੇ ਕੀਤਾ, ਇਹਨਾਂ ਦੇ ਸਾਈਬਰ ਜੈਟਾਂ ਨੇ ਕੀਤਾ, ਕਿੰਨੇ 1 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ, ਪਰ ਅੱਜ ਉਸ ਖਿੱਤੇ ਦੇ ਵਿੱਚ ਵੀਅਤਨਾਮ ਜਿਹੜਾ ਉਹ ਅਮਰੀਕਾ ਦਾ ਅਲਾਈ ਹੈ। ਵੀਅਤਨਾਮ ਦੋ ਹਿੱਸਿਆਂ 'ਚ ਟੁੱਟਿਆ, ਇੱਕ ਅਮਰੀਕਾ ਸਪੋਰਟ ਕਰਦਾ ਸੀ, ਇੱਕ ਰਸ਼ੀਆ ਕਰਦਾ, ਸੋਵੀਅਤ ਯੂਨੀਅਨ ਕਰਦਾ ਸੀ, ਪਰ ਬਾਅਦ 'ਚ ਇਕੱਠਾ ਹੋਇਆ ਔਰ ਜਿਹੜਾ ਇਕੱਠਾ ਵੀਅਤਨਾਮ ਹੈ ਉਹ ਅਮਰੀਕਾ ਦੇ ਹੱਕ ਦੇ ਵਿੱਚ ਖਲੋਤਾ ਹੈ। ਇਸੇ ਤਰ੍ਹਾਂ ਅਸੀਂ ਜਿਹੜਾ ਹੈ ਉਹ ਬਾਕੀ ਖਿੱਤਿਆਂ ਦੇ ਵਿੱਚ ਵੀ ਦੇਖਦੇ ਹਾਂ, ਭਾਵੇਂ ਅਫਗਾਨਿਸਤਾਨ ਦੇ ਵਿੱਚ 20 ਸਾਲ ਅਮਰੀਕਨ ਫੌਜ, ਨੈਟੋ ਫੌਜ ਫਸੀ ਰਹੀ ਔਰ ਬੜੀ ਹਿਊਮਿਲੇਸ਼ਨ ਦੇ ਨਾਲ ਜਦੋਂ ਤਾਲਿਬਾਨ ਨੇ ਕਾਬਲ ਟੇਕ ਓਵਰ ਕੀਤਾ, ਬਾਈਡਨ ਦਾ ਪੀਰੀਅਡ ਆ ਗਿਆ ਸੀ, ਉਹਨਾਂ ਨੂੰ ਨਿਕਲਣਾ ਪਿਆ, ਪਰ ਇਹਨਾਂ ਨੇ ਫੌਰਨ ਤਾਲਿਬਾਨ ਦੇ ਨਾਲ ਵੀ ਭਾਵੇਂ ਫਾਰਮਲੀ ਰੈਕਗਨਾਈਜ਼ ਨਹੀਂ ਕੀਤਾ,
ਪਰ ਉਹਨਾਂ ਦੇ ਜਿਹੜੇ $2-3 ਬਿਲੀਅਨ ਇੱਥੇ ਫਰੀਜ਼ ਸੀ ਅਕਾਊਂਟ, ਉਹਨੂੰ ਵੀ ਖੋਲ੍ਹਿਆ ਔਰ ਉਹਨਾਂ ਦੇ ਨਾਲ ਬਰਾਬਰ ਰਾਬਤੇ 'ਚ ਨੇ। ਸੋ ਇਹ ਸਮਾਰਟਨੈਸ ਵੀ ਹੁੰਦੀ ਹੈ ਕਿ ਵੀ ਕੋਈ ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਵੀ ਸਿਆਸਤ ਦੇ ਵਿੱਚ ਕੋਈ ਪਰਮਾਨੈਂਟ ਫਰੈਂਡਸ ਔਰ ਫੋਜ਼ ਨਹੀਂ ਹੁੰਦੇ। ਲੇਕਿਨ ਬਾਈਡਨ ਐਡਮਿਨਿਸਟ੍ਰੇਸ਼ਨ ਜਿਸ ਨੂੰ ਕਹੋ ਕਿ ਵੀ ਮੈਸਅਪ ਕੀਤੀ ਲਾਈਨ ਨਾ, ਉਹ ਗਜ਼ਾ ਦੇ ਵਿੱਚ ਜੋ ਇਹ ਚਾਹੁੰਦੇ ਨੇ, ਉਹ ਐਂਟਨੀ ਬਲਿੰਕਨ ਜਾਂ ਦੂਸਰੇ ਲੱਗੇ ਹੋਏ ਨੇ ਕਿ ਜੀ ਟੈਂਪਰੇਰੀ ਸੀਜ਼ ਫਾਇਰ ਹੀ ਹੋ ਜਾਏ ਤਾਂ ਕਿ ਜਿਹੜਾ ਕਮਲਾ ਹੈਰਿਸ ਜਾਂ ਦੂਸਰੀ ਉਹਦੀ ਕੈਂਪੇਨ ਵੇਲੇ ਕੁਛ ਤਾਂ ਸ਼ੋਅ ਕਰਨ ਨੂੰ ਹੋਏ। ਕਿਉਂਕਿ ਅਸੀਂ ਸ਼ਿਕਾਗੋ ਕਨਵੈਨਸ਼ਨ ਦੇ ਵਿੱਚ ਵੀ ਦੇਖਿਆ ਕਿ ਪੂਰੀ ਤਰ੍ਹਾਂ ਬਲਾਕ ਬਣੇ ਹੋਏ ਸੀ, 50 ਤੋਂ ਜ਼ਿਆਦਾ ਡੈਲੀਗੇਟ ਜਿਨ੍ਹਾਂ ਨੇ ਕਲੇਮ ਕੀਤਾ ਕਿ ਜੀ ਅਸੀਂ 7 ਲੱਖ ਵੋਟਰਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ ਪ੍ਰੋ ਫਲਸਤੀਨ, ਕਿ ਵੀ ਉੱਥੇ ਇੰਨਾ ਜ਼ੁਲਮ ਹੋ ਰਿਹਾ, ਤੁਸੀਂ ਐਵੇਂ ਲਫ਼ਜ਼ਾਂ ਦਾ ਕੜਾਹ ਤਾਂ ਬਣਾ ਰਹੇ ਹੋ ਪਰ ਕੋਈ ਕਾਰਗਰ ਕਾਰਵਾਈ ਨਹੀਂ ਕਰ ਰਹੇ। ਸੋ ਇਸ ਸਭ ਦੇ ਚਲਦੇ ਆ ਜਿਹੜਾ ਉਹ ਵੀ ਕੋਈ ਅਸਰ ਨਹੀਂ ਹੋਇਆ ਉਹਨਾਂ ਨੂੰ, ਚੋਂ ਕਿਸੇ ਨੂੰ ਸਪੀਕਰ ਨੂੰ ਬੋਲਣ ਦਾ ਟਾਈਮ ਨਹੀਂ ਵੀ ਦਿੱਤਾ ਗਿਆ। ਹਾਲਾਂਕਿ ਜਿਹੜੇ ਦੂਸਰੇ ਪਾਸੇ ਹਮਾਸ ਨੇ ਜਿਨ੍ਹਾਂ ਨੂੰ ਅਗਵਾ ਕੀਤਾ ਉਸ 7 ਅਕਤੂਬਰ 2023 ਨੂੰ 1200 ਦੇ ਕਰੀਬ ਜਿਹੜੇ ਨੇ ਮਾਰੇ, 200-300 ਉਹਨਾਂ ਨੇ ਅਗਵਾ ਕੀਤੇ। ਉਹਨਾਂ ਜੋ ਕੁਛ ਅਗਵਾ ਦੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਵਕਤ ਦਿੱਤਾ ਗਿਆ ਬੋਲਣ ਦਾ, ਜਾਂ ਤਾਂ ਕਿਸੇ ਨੂੰ ਵੀ ਨਾ ਦਿੰਦੇ। ਜੇ ਉਹਨਾਂ ਨੂੰ ਦਿੱਤਾ, ਘੱਟੋ ਘੱਟ ਜਿਹੜੀ ਗਰੀਬਡ ਪਾਰਟੀ ਹੈ ਜਿਨ੍ਹਾਂ ਦੇ ਤੁਸੀਂ 1 ਲੱਖ ਮਾਰ ਦਿੱਤਾ ਹੈ ਬੇਗੁਨਾਹ ਫਲਸਤੀਨੀ, ਕਿੰਨੇ ਲੱਖ ਜਿਹੜਾ ਉੱਥੋਂ ਉਜਾੜ ਦਿੱਤਾ ਹੈ। ਸੋ ਇਸ ਸਭ ਦੇ ਕਿਉਂਕਿ ਇਹ ਫੇਲਿਅਰ ਹੁੰਦੀ ਹੈ ਕਿ ਵੀ ਉੱਥੇ ਤੁਸੀਂ ਡੱਕ ਨਹੀਂ ਪਾ ਰਹੇ ਉਹਨੂੰ, ਵਾਰ ਕ੍ਰਿਮੀਨਲ ਨੂੰ, ਨੈਤਨਯਾਹੂ ਨੂੰ। ਇੱਥੇ ਤੁਸੀਂ ਜਿਹੜਾ ਹੈ ਉਹ ਕਲੇਮ ਤਾਂ ਕਰ ਰਹੇ ਹੋ ਕਿ ਜੀ ਤੁਸੀਂ ਬੜਾ ਜਿਹੜਾ ਲੋਕਾਂ ਦਾ ਫਿਕਰ ਕਰਦੇ ਹੋ ਜਾਂ ਈਡ ਜਾਣੀ ਚਾਹੀਦੀ ਹੈ ਤੇ ਫਲਾਣਾ, ਲੇਕਿਨ ਤੁਸੀਂ ਕੁਝ ਵੀ ਐਸਾ ਨਹੀਂ ਕਰ ਰਹੇ ਜਿਹੜਾ ਸਟਾਪ ਕੀਤਾ ਜਾਏ ਜੋ ਚੱਲ ਰਿਹਾ। ਸੋ ਇਸੇ ਤਰ੍ਹਾਂ ਯੂਕਰੇਨ ਦੇ ਵਿੱਚ ਜਦੋਂ ਕਿ ਇਹ ਸਾਰੀ ਜਿਹੜੀ ਇਸ ਦੀ ਸ਼ੁਰੂਆਤ ਹੁੰਦੀ ਹੈ, ਆਲਮੋਸਟ ਅਸੀਂ ਇਹਦਾ ਟਾਈਮ ਲਾਈਨ ਜਦੋਂ ਦੇਖਦੇ ਹਾਂ ਕਿ ਫਰਵਰੀ 2022 ਦੇ ਵਿੱਚ ਰਸ਼ੀਆ ਨੇ ਅਟੈਕ ਕੀਤਾ, ਉਸ ਤੋਂ ਪਹਿਲਾਂ ਪੁਸ਼ ਕੀਤਾ ਗਿਆ ਉਸ ਨੂੰ ਰਸ਼ੀਆ ਨੂੰ ਅਟੈਕ ਤੱਕ ਪਹੁੰਚਾਉਣ ਦੇ ਲਈ ਕਿ ਜੀ ਇਸ ਦੀ ਮੈਂਬਰਸ਼ਿਪ ਨੈਟੋ ਦੇ ਵਿੱਚ ਔਰ ਦੂਸਰਾ ਯੂਕਰੇਨ ਨੂੰ ਦਿੱਤੀ ਜਾਏਗੀ। ਪਰ ਇਸ ਸਾਰੇ ਦੇ ਚੱਲਦਿਆਂ ਅਮਰੀਕਾ ਦੀ ਇੱਕ ਨੀਤੀ ਦਾ ਹਿੱਸਾ ਜ਼ਰੂਰ ਹੁੰਦਾ ਹੈ ਕਿ ਵੀ ਜਦੋਂ ਕੋਈ ਚੀਜ਼ ਫੁੱਲ ਫੋਕਸਡ ਹੋਏ ਤੇ ਉਦੋਂ ਜੇ ਕੋਈ ਅਮਰੀਕਾ ਨੂੰ ਨੀਵਾਂ ਦਿਖਾਏ ਤੇ ਉਸ ਨੂੰ ਫਿਰ ਐਜ਼ ਏ ਰਿਵੈਂਜ ਵੀ ਲੈਂਦੇ ਨੇ। ਸੋ ਉਹ ਮੂਮੈਂਟ ਇਹਦੇ ਬਾਵਜੂਦ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਲੀਨ ਬੈਕਵਰਡ ਜਿਹਨੂੰ ਕਹਿੰਦੇ ਨੇ ਕੀਤਾ ਇੰਡੀਆ ਨੂੰ ਓਬਲਾਈਜ਼ ਕਰਨ ਦੇ ਲਈ। ਅਸੀਂ ਕੱਲ੍ਹ ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਡਿਸਕਸ ਕਰਦੇ ਹਾਂ, ਨਿਊਯਾਰਕ ਵਾਸ਼ਿੰਗਟਨ ਪੋਸਟ ਦੀ ਸਟੋਰੀ ਦਾ ਹਵਾਲਾ ਦਿੱਤਾ ਸੀ ਕਿ ਉਹਨਾਂ ਨੇ ਕਿਹਾ ਕਿ ਵੀ ਜਦੋਂ ਈਵਨ ਅਮਰੀਕਨ ਨੀਤੀ ਘਾੜੇ ਸ਼ੇਖ ਹਸੀਨਾ ਨੂੰ ਜਵਾਬਦੇਹ ਬਣਾਉਣਾ ਚਾਹੁੰਦੇ ਸੀ, ਸੈਂਕਸ਼ਨਸ ਲਾਉਣ ਵੱਲ ਜਾ ਰਹੇ ਸੀ, ਤੇ ਇੰਡੀਆ ਨੇ ਲੌਬੀ ਕੀਤੀ ਕਿ ਜੀ ਨਹੀਂ, ਇਹ ਜੇ ਤੁਸੀਂ ਭੁੱਲ ਜਾਓ ਡੈਮੋਕ੍ਰੇਸੀ ਨੂੰ, ਜੇ ਦੂਸਰੇ ਆ ਗਏ ਤਾਂ ਇਸਲਾਮਿਕ ਫੰਡਾਮੈਂਟਲਿਜ਼ਮ ਆ ਜਾਏਗਾ ਔਰ ਇਹ ਉਹ ਆ ਜਾਏਗਾ। ਔਰ ਉਹਦਾ ਨਤੀਜਾ ਸੀ ਕਿ ਅਮਰੀਕਾ ਨੇ ਆਪਣੀ ਪਾਲਿਸੀ ਜਿਹੜੀ ਆ ਉਹ ਸੌਫਟ ਕੀਤੀ ਟੁਵਰਡ ਸ਼ੇਖ ਹਸੀਨਾ। ਸੋ ਮਤਲਬ ਇਹ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਅਮਰੀਕਾ ਨੇ ਇਸ ਮਾਮਲੇ 'ਚ ਇੰਡੀਆ ਨੂੰ ਐਕੋਮੋਡੇਟ ਕੀਤਾ, ਬੰਗਲਾਦੇਸ਼ ਦੇ ਮਾਮਲੇ 'ਚ ਓਵਰਆਲ ਵੀ ਅਸੀਂ ਦੇਖਦੇ ਹਾਂ ਕਿ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕਿਸ ਲੈਵਲ ਤੱਕ ਗਿਆ ਹੈ। ਔਰ ਈਵਨ ਇੰਡਾਈਟਮੈਂਟ ਦੇ ਵਿੱਚ ਜਾਂ ਦੂਸਰੇ 'ਚ ਇੰਡੀਆ ਦਾ ਨਾਂ ਤੱਕ ਨਹੀਂ ਹੈ, ਕੋਈ ਇੰਡੀਆ ਦੇ ਉੱਤੇ ਸੈਂਕਸ਼ਨਸ ਨਹੀਂ ਨੇ, ਕਿਉਂਕਿ ਇਸ ਕਿਸਮ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਕਰਕੇ ਇੰਡੀਆ ਨੇ ਜਿੱਥੇ ਅਮਰੀਕਾ ਦੀ ਸੋਵਰਨਿਟੀ ਨੂੰ ਵਾਇਲੇਟ ਕੀਤਾ, ਉੱਥੇ ਇੰਟਰਨੈਸ਼ਨਲ ਲਾਅ ਨੂੰ ਵੀ ਵਾਇਲੇਟ ਕੀਤਾ। ਹੁਣ ਇਸ ਸਭ ਦੇ ਕੰਟੈਕਸਟ ਦੇ ਵਿੱਚ ਸ਼ਾਇਦ ਜਿਹੜੀ ਚੀਜ਼ ਬਾਈਡਨ ਦੇ ਲਈ, ਕਿਉਂਕਿ ਇਹ ਇੱਕ ਹਮੇਸ਼ਾ ਹੁੰਦਾ ਕਿ ਜਿਹੜਾ ਵੀ ਆਊਟਗੋਇੰਗ ਅਮਰੀਕਨ ਪ੍ਰੈਜ਼ੀਡੈਂਟ ਹੈ ਉਹ ਆਪਣੀ ਕੋਈ ਨਾ ਕੋਈ ਲੈਗੇਸੀ ਛੱਡਣਾ ਚਾਹੁੰਦਾ ਹੁੰਦਾ, ਉਹਦਾ ਹੁੰਦਾ ਕਿ ਵੀ ਉਹਨੂੰ ਕਿਸ ਗੱਲ ਲਈ ਯਾਦ ਕੀਤਾ ਜਾਏਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਦੇ ਥੱਲੇ ਅਮਰੀਕਾ ਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਮੇਜ ਕਮਜ਼ੋਰ ਹੋਇਆ। ਜਿਸ ਸੁਪਰ ਪਾਵਰ ਤੋਂ ਜਿਹੜੀ ਸੁਪਰ ਪਾਵਰ ਹੋਏ ਤੇ ਚੂਹਾ ਵੀ ਨਾ ਡਰੇ। ਹੁਣ ਇਜ਼ਰਾਈਲ ਦੀ ਕੀ ਹੋਂਦਾ, 7-8 ਹਜ਼ਾਰ ਸਕੁਅਰ ਮਾਈਲ ਟੈਰੀਟਰੀ ਦਾ ਮੁਲਕ ਜਿਹੜਾ ਹਰ ਰੋਜ਼ ਅਮਰੀਕਾ ਦਾ ਐਮਨੀਸ਼ਨ ਉਹਨੂੰ ਜਾਂਦਾ ਤੇ ਉਹ ਜੰਗ ਕੰਟੀਨਿਊ ਕਰ ਰਿਹਾ, ਪਰ ਉਹ ਮੈਂ ਨਾ ਮਾਨੂੰ ਕਰ ਰਿਹਾ ਹੋਏ। ਸੋ ਇਹੋ ਜਿਹਾ ਵਰਤਾਰਾ ਇੰਡੀਆ ਨੇ ਵੀ ਦਿਖਾਇਆ। ਔਰ ਉਹ ਸੀ ਕਿ ਜਿੱਦਣ 28 ਜਿਹੜੇ ਨੈਟੋ ਦੇ ਮੁਲਕ ਨੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਵਾਸ਼ਿੰਗਟਨ DC ਸੀ ਬਾਈਡਨ ਦੇ ਨਾਲ ਮੁਲਾਕਾਤ ਕਰ ਰਹੇ, ਉਸ ਵੇਲੇ ਮੋਦੀ
ਜਿਹੜਾ ਉਹ ਮਾਸਕੋ ਦੇ ਵਿੱਚ ਭਾਲੂ ਜੱਫੀ ਪਾ ਰਿਹਾ ਸੀ ਪੁਤਿਨ ਨੂੰ, ਔਰ ਉਹ ਸਾਂਝਾ ਦਿਖਾ ਰਿਹਾ ਸੀ ਉਹਦੇ ਨਾਲ ਉਸਦੇ ਬਾਹਰ ਜਿਹੜਾ ਹੈ ਉਹ ਘਰ ਬਣਿਆ ਹੋਇਆ ਪੁਤਿਨ ਦਾ, ਜਿਹੜਾ ਉੱਥੇ ਜਾ ਕੇ ਮੌਜਾਂ ਕਰ ਰਿਹਾ ਸੀ। ਸੋ ਇਹ ਗੱਲ ਦੇ ਤੋਂ ਬਾਅਦ ਅਸੀਂ ਸਮਝਦੇ ਹਾਂ ਵੀ ਅਮਰੀਕਾ ਨੇ, ਜਿਵੇਂ ਅਸੀਂ ਜ਼ਿਕਰ ਕੀਤਾ ਕਿ ਜੇ ਰਾਜਨਾਥ ਸਿੰਘ ਨੂੰ ਇੱਥੇ ਆਉਣਾ ਪਿਆ, ਈਵਨ ਇਹਨਾਂ ਨੇ ਜਿਹੜੇ ਤੇਜਸ ਭਾਰਤ ਦਾ ਸੋ ਕਾਲਡ ਕਿ ਜੀ ਅਸੀਂ ਮੈਨੂਫੈਕਚਰ ਕਰਾਂਗੇ ਇੰਜਣ, ਤਾਂ ਇਹਨਾਂ ਦਾ ਸੀ, ਉਹ ਵੀ ਦੇਣ ਤੋਂ ਅਮਰੀਕਾ ਨੇ ਨਾ ਕੀਤੀ। ਹੋਰ ਵੀ ਕੁਝ ਮੁੱਦਿਆਂ ਦੇ ਉੱਤੇ, ਔਰ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਰਿਪਬਲਿਕ ਡੇ ਪੈਰੇਡ ਦੇ ਮੌਕੇ ਬਾਈਡਨ ਨੇ ਆਪਣਾ ਦੌਰਾ ਵੀ ਕੈਂਸਲ ਕੀਤਾ ਜੀ, ਔਰ ਇੰਨਾ ਕੁ ਦਬਾਅ ਜਾਂ ਪ੍ਰੈਸ਼ਰ ਇੰਡੀਆ ਤੇ ਸੀ ਕਿ ਉਹ ਜਾਏ ਉੱਥੇ। ਜੇ ਉਹ ਉੱਥੇ ਗਿਆ ਰਸ਼ੀਆ ਦੇ ਕੋਲ ਤੇ ਯੂਕਰੇਨ ਵੀ ਜਾਏ। ਹੁਣ ਇਹ ਵੀ ਇੱਕ ਜਿਹੜੀ ਇਸ ਨੂੰ ਤੁਸੀਂ ਕੋਇਨਸੀਡੈਂਸ ਕਹੋ ਜਾਂ ਇੱਕ ਘਟਨਾ ਦਾ ਸੁਭਾਵਕ ਮੇਲ ਕਹੋ ਕਿ ਜਦੋਂ ਮੋਦੀ ਮਾਸਕੋ ਦੇ ਵਿੱਚ ਸੀ, ਉਦੋਂ ਰਸ਼ੀਆ ਨੇ ਤਾਬੜਤੋੜ ਹਮਲੇ ਯੂਕਰੇਨ ਦੇ ਹਸਪਤਾਲ ਦੇ ਉੱਤੇ, ਸਕੂਲ ਦੇ ਉੱਤੇ ਕਰਕੇ ਬੱਚੇ ਵੀ ਮਾਰੇ ਔਰ ਦੂਜੇ ਵੀ। ਔਰ ਇਸ ਦੇ ਉੱਤੇ ਜਦੋਂ ਜ਼ੈਲੈਂਸਕੀ ਨੇ ਟਵੀਟ ਕੀਤਾ ਸੀ, ਰਸ਼ੀਅਨ ਪ੍ਰੈਜ਼ੀਡੈਂਟ ਨੇ, ਉਹਨੇ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਆਪਣੇ ਆਪ ਨੂੰ ਲੋਕਤੰਤਰੀ ਤਾਕਤ ਕਹਾਉਣ ਵਾਲਾ ਜਿਹੜਾ ਹੈ ਉਹ ਉੱਥੇ ਬੈਠਾ ਹੈ, ਜਦੋਂ ਕਿ ਇਨੋਸੈਂਟ ਬੱਚੇ ਔਰ ਇਨੋਸੈਂਟ ਸਿਟੀਜ਼ਨ ਮਾਰੇ ਜਾ ਰਹੇ ਨੇ। ਸੋ ਉਹਦੇ 'ਚ ਔਰ ਇਸ ਨੁਕਤੇ ਨੂੰ ਈਵਨ ਜਦੋਂ ਹੁਣ ਮੋਦੀ 7 ਘੰਟੇ ਦੇ ਰਹੇ, ਕਿਉਂਕਿ 2 ਮੁਲਕਾਂ ਦਾ ਦੌਰਾ ਸੀ, ਪਹਿਲਾਂ ਪੋਲੈਂਡ ਗਿਆ ਔਰ ਹੁਣ ਯੂਕਰੇਨ ਗਿਆ। ਯੂਕਰੇਨ 1991 ਦੇ ਵਿੱਚ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਇਆ ਸੀ, ਇੰਡੀਪੈਂਡੈਂਟ ਹੋਇਆ ਸੀ, ਔਰ ਇਹਨਾਂ 40 ਸਾਲਾਂ 'ਚ ਪਲੱਸ 40 ਇਅਰਸ ਜਿਹੜੇ 91 ਤੋਂ ਬਾਅਦ ਹੋਏ ਨੇ, 35 ਪਲੱਸ ਇਅਰਸ, ਇਸ ਦੇ ਵਿੱਚ ਕੋਈ ਵੀ ਇੰਡੀਆ ਦਾ ਪ੍ਰਾਈਮ ਮਿਨਿਸਟਰ ਜਿਹੜਾ ਉਹ ਕਦੇ ਨਹੀਂ ਗਿਆ ਯੂਕਰੇਨ, ਕਿਉਂਕਿ 1991 'ਚ ਜਦੋਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਜਿਵੇਂ ਭਾਰਤ ਦੇ ਵੀ ਅੱਗੋਂ 15 ਜਾਂ 20 ਹੋਣੇ ਨੇ, ਉਦੋਂ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਸੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਕਿੰਨੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਬਣੇ। ਮਨਮੋਹਨ ਸਿੰਘ ਵੀ 10 ਸਾਲ ਰਿਹਾ, ਇਹਨੂੰ ਵੀ ਇਹ ਤੀਸਰੀ ਟਰਮ ਤੇ ਆਇਆ, ਪਰ ਕਿਉਂਕਿ ਅਦਰਵਾਈਜ਼ ਇਹ ਨਹੀਂ ਹੈ ਕਿ ਕੋਈ ਯੂਕਰੇਨ ਏਲੀਅਨ ਮੁਲਕ ਹੈ। ਜਦੋਂ ਫਰਵਰੀ ਦੇ ਵਿੱਚ ਅਟੈਕ ਰਸ਼ੀਆ ਨੇ ਕੀਤਾ ਤੇ 19,000 ਇੰਡੀਅਨ ਸਟੂਡੈਂਟ ਜਿਹੜੇ ਨੇ ਉਹ ਯੂਕਰੇਨ ਦੇ ਵਿੱਚ ਪੜ੍ਹ ਰਹੇ ਸੀ। ਹੁਣ ਬਹੁਤ ਵਾਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਕਿਸ ਲੈਵਲ ਦੇ, ਕਿਉਂਕਿ ਜਿਹੜੀ ਯੂਕਰੇਨ ਦੀ ਇਕੋਨਮੀ 'ਚ ਇੱਕ ਵੱਡਾ ਹਿੱਸਾ ਜਦੋਂ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ, ਹੁਣ ਅਸੀਂ ਜਦੋਂ ਦੇਖਦੇ ਹਾਂ ਕੈਨੇਡਾ ਆ ਰਹੇ ਨੇ ਜਾਂ ਆਸਟ੍ਰੇਲੀਆ ਆ ਰਹੇ ਨੇ, ਮਹਿਜ਼ ਇਹ ਨਹੀਂ ਹੁੰਦਾ ਕਿ ਜੀ ਜਿਹੜਾ ਉਹਨਾਂ ਨੂੰ ਕੋਈ ਬੈਨੀਫਿਟ ਦਿੱਤਾ ਜਾ ਰਿਹਾ, ਜਿਹੜੇ ਆ ਰਹੇ ਨੇ ਜ਼ਾਹਰ ਹੈ ਉਹਨਾਂ ਨੂੰ ਸੈਟਲ ਹੋਣ ਦਾ ਮੌਕਾ ਮਿਲਦਾ, PR ਮਿਲਦਾ, ਬੈਨੀਫਿਟ ਹੁੰਦਾ, ਪਰ ਇਹਦਾ ਪਹਿਲਾ ਹਿੱਸਾ ਇਕੋਨਮੀ ਨੂੰ ਐਡ ਕਰਨਾ, ਇਕੋਨਮੀ ਦੇ ਵਿੱਚ ਮਨੀ ਦਾ ਪੰਪ ਇਨ ਹੋਣਾ ਹੁੰਦਾ ਅਮਰੀਕਾ ਦੇ ਵਿੱਚ। ਔਰ ਇਹੀ ਕਾਰਨ ਹੈ ਜਿਹੜੇ ਅਮਰੀਕਾ ਦੇ ਰੈਜ਼ੀਡੈਂਟ ਨੇ ਜਾਂ ਕੈਨੇਡਾ ਦੇ ਨੇ, ਉਹਨਾਂ ਦੀਆਂ ਤਾਂ ਬੜੀਆਂ ਨੋਮੀਨਲ ਫੀਸ ਹੁੰਦੀਆਂ, ਹਾਲਾਂਕਿ ਇੱਥੇ ਯੂਨੀਵਰਸਿਟੀ ਐਜੂਕੇਸ਼ਨ ਚੀਪ ਨਹੀਂ ਹੈ, ਬਹੁਤ ਐਕਸਪੈਂਸਿਵ ਹੈ, ਲੇਕਿਨ ਇੰਟਰਨੈਸ਼ਨਲ ਸਟੂਡੈਂਟਸ ਦਾ ਤਾਂ ਬੁਰਾ ਹਾਲ ਹੋ ਜਾਂਦਾ ਕਿਉਂਕਿ ਉਹਨਾਂ ਦੀਆਂ ਬਹੁਤ ਜ਼ਿਆਦਾ ਫੀਸ ਹੁੰਦੀਆਂ। ਪਰ ਇਹ ਮਨੀ ਹੁਣ ਆਸਟ੍ਰੇਲੀਆ ਦੀ ਇਕੋਨਮੀ 'ਚ ਹੁਣ ਤਾਂ ਮੈਨੂੰ ਨਹੀਂ ਪਤਾ, ਪਿਛਲੇ ਸਾਲਾਂ 'ਚ ਸੀ ਕਿ 27-28 ਬਿਲੀਅਨ ਡਾਲਰ ਜਿਹੜਾ ਇਹ ਥਰੂ ਇਹਨਾਂ ਦੇ ਆਉਂਦਾ ਸੀ, ਯੂਨੀਵਰਸਿਟੀਜ਼ ਦੇ ਜਾਂ ਜਿਹੜੇ ਸਟੂਡੈਂਟ ਆਉਂਦੇ ਨੇ, ਇਸ ਤੋਂ ਹੀ ਇੰਨਾ ਹੀ ਅਮਾਊਂਟ ਕੈਨੇਡਾ 'ਚ ਵੀ ਹੋਏਗਾ। ਸੋ ਜੇ ਯੂਕਰੇਨ ਦੇ ਵਿੱਚ 19,000 ਇੰਡੀਅਨ ਸਟੂਡੈਂਟ ਉਦੋਂ ਪੜ੍ਹਦੇ ਸੀ ਤਾਂ ਉਹਨਾਂ ਦਾ ਸਟੈਂਡਰਡ ਵੀ ਹੋਏਗਾ, ਕਿਉਂਕਿ ਯੂਕਰੇਨੀਅਨ ਲੈਂਗੁਏਜ ਵੀ ਸਿੱਖਦੇ ਹੋਣਗੇ। ਔਰ ਫਿਰ ਸਭ ਤੋਂ ਵੱਡਾ ਜਿਹੜਾ ਚੈਲੰਜ ਸੀ ਜਦੋਂ ਇਹ ਜੰਗ ਦੀ, ਰਸ਼ੀਆ ਨੇ ਤਾਂ ਇਹ ਨਹੀਂ ਦੇਖਿਆ ਕਿ ਵੀ ਕੀ ਆ, ਉਹਨੇ ਤਾਂ ਕੱਟ ਆਫ ਕਰਕੇ ਉਹਨੇ ਤਾਂ ਇੰਡੀਆ ਦੀ ਪਰਵਾਹ ਤੱਕ ਨਹੀਂ ਕੀਤੀ। ਔਰ ਉਹਨਾਂ ਨੂੰ ਕਿਵੇਂ ਉਹ ਸਟੂਡੈਂਟ ਕਿਹਨਾਂ ਹਾਲਾਂ 'ਚੋਂ ਗੁਜ਼ਰੇ, ਔਰ ਈਵਨ ਵਿਦਨ ਯੂਕਰੇਨ ਉਹਨਾਂ ਦੀ ਐਵੈਕੂਏਸ਼ਨ 'ਚ ਜਾਂ ਜਿਹੜਾ ਇੱਕ ਅੱਧਾ ਗੁਰਦੁਆਰਾ ਸਾਹਿਬ ਉੱਥੇ ਪੋਲੈਂਡ ਦੇ ਵਿੱਚ, ਔਰ ਦੂਸਰਾ ਉਹਨੇ ਕੀ ਹੈਲਪ ਕੀਤੀ ਜਦੋਂ ਕਿ ਇੰਡੀਅਨ ਐਮਬੈਸੀਜ਼ ਕੌਂਸੂਲੇਟ ਫੇਲ ਹੋਏ, ਇੱਕ ਵੱਖਰੀ ਕਹਾਣੀ ਹੈ। ਔਰ ਉਹ ਬੜੀ ਖੱਜਲ ਖੁਆਰੀ ਤੋਂ ਬਾਅਦ ਉਹ ਸਟੂਡੈਂਟ ਜਿਹੜੇ ਨੇ ਉਹ ਵਾਪਸ ਜਾ ਸਕੇ। ਔਰ ਕਿਉਂਕਿ ਹਾਲਾਤ ਨਾਰਮਲ ਨਹੀਂ ਹੋਏ, ਉਹਨਾਂ ਨੂੰ ਕਿੰਨਿਆਂ ਕੁ ਨੂੰ ਭਾਰਤ ਦੀਆਂ ਯੂਨੀਵਰਸਿਟੀਆਂ ਨੇ ਐਡਜਸਟ ਕੀਤਾ ਹੈ ਆਪਣੇ ਕੋਰਸਿਸ ਦੇ ਵਿੱਚ। ਕਿ ਇੱਕ ਇਸ ਬਾਰੇ ਉਦੋਂ ਤਾਂ ਕਾਫੀ ਖਬਰਾਂ ਸੀ ਕਿ ਵੀ ਸਟੂਡੈਂਟ ਫਰਸਟ੍ਰੇਟ ਨੇ। ਸੋ ਯੂਕਰੇਨ ਦੇ ਨਾਲ ਇਸੇ ਤਰ੍ਹਾਂ ਯੂਕਰੇਨ ਆਪਣੇ ਆਪ ਦੇ ਵਿੱਚ ਵੀਟ ਪ੍ਰੋਡਿਊਸਰ, ਜੇ ਮਿਡਲ ਈਸਟ, ਅਫਰੀਕਾ, ਇਜਿਪਟ ਤੱਕ ਜਿਹੜਾ ਸਾਰਾ ਪਾਰਟ ਹੈ ਉਸ 'ਚ ਵੀ ਯੂਕਰੇਨ ਦਾ ਵੱਡਾ ਰੋਲ ਹੈ। ਔਰ ਯੂਕਰੇਨ ਦੀ ਇੱਕ ਆਪਣੀ ਯੂਨੀਕ
ਹਿਸਟਰੀ ਹੈ, ਪਰਸੀਕਿਊਸ਼ਨ ਦੀ ਹਿਸਟਰੀ ਵੀ ਹੈ, ਰਸ਼ੀਆ ਦੀ ਡੋਮੀਨੈਂਸ ਦੀ ਵੀ ਹੈ। ਬਿਲਕੁਲ। ਲੇਕਿਨ 1991 ਦੇ ਵਿੱਚ ਯੂਕਰੇਨ ਨੇ ਇੰਡੀਪੈਂਡੈਂਟ ਹੋਣ ਤੋਂ ਬਾਅਦ ਆਪਣੀ ਥਾਂ ਬਣਾਈ ਔਰ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਜਿਹੜਾ ਪ੍ਰਭਾਵ ਬਣਾਇਆ। ਲੇਕਿਨ ਰਸ਼ੀਆ ਨੇ ਜਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਔਰ ਮੋਦੀ ਦੇ ਉੱਤੇ ਹੁੰਦੇ, ਔਰ ਇਹ ਗੱਲ ਅੱਜ ਜ਼ੈਲੈਂਸਕੀ ਨੇ ਇਹ ਕਿਹਾ ਕਿ ਜੀ ਪੁਤਿਨ ਡੋਂਟ ਰਿਸਪੈਕਟਸ ਮੋਦੀ, ਅਦਰਵਾਈਜ਼ ਹੀ ਵੁੱਡ ਨਾਟ ਹੈਵ ਅਟੈਕਡ ਚਿਲਡਰਨ ਐਂਡ ਅਦਰਸ ਵਾਈਲ ਮੋਦੀ ਵਾਸ ਵਿਦ ਪੁਤਿਨ। ਸੋ ਇਹ ਸ਼ਰਮ ਦੇਣ ਦੀ ਗੱਲ ਵੀ ਸੀ ਕਿ ਵੀ ਤੂੰ ਉੱਥੇ ਬੈਠਾ। ਹੁਣ ਇਹ ਵੀ ਜਦੋਂ ਮੈਂ ਕੋਇਨਸੀਡੈਂਸ ਦੀ ਗੱਲ ਕੀਤੀ ਕਿ ਹੁਣ ਜਦੋਂ ਮੋਦੀ ਜਾ ਕੇ ਕੀਵ ਜਿਹੜੀ ਰਾਜਧਾਨੀ ਹੈ ਯੂਕਰੇਨ ਦੀ ਉੱਥੇ ਗਿਆ, ਉਹ ਡਰਾਮੇਬਾਜ਼ੀ ਨਾਰਮਲ ਕਿ ਜੀ ਇੰਡੀਅਨ ਕਮਿਊਨਿਟੀ ਨੂੰ ਵੀ ਮਿਲਿਆ, ਗਾਂਧੀ ਦਾ ਓਏਸਿਸ ਆਫ ਪੀਸ ਉਹਨਾਂ ਦਾ ਕੋਈ ਪਾਰਕ ਹੈ, ਉਹਦੇ 'ਚ ਬੁੱਤ ਹੈ, ਉੱਥੇ ਜਾ ਕੇ ਜੀ ਗਾਂਧੀ ਨੇ ਦੁਨੀਆ ਨੂੰ ਪੀਸ ਦਿੱਤੀ। ਮੈਂ ਕਿਹਾ ਤੁਹਾਡਾ ਆਈਡੀਅਲ ਤਾਂ ਗਾਂਧੀ ਨਹੀਂ, ਤੁਹਾਡਾ ਤਾਂ ਨਥੂਰਾਮ ਗੋਡਸੇ ਹੈ। ਤੁਸੀਂ ਤਾਂ ਅੱਜ ਵੀ ਤੁਹਾਡੀ ਪਾਰਟੀ ਔਰ ਦੂਜੀ ਗੋਡਸੇ ਨੂੰ ਹੀਰੋ ਮੰਨਦੀ ਹੈ, ਪਰ ਇਹ ਜਦੋਂ ਅਸੀਂ ਨੌਟੰਕੀਬਾਜ਼ ਜਾਂ ਡਰਾਮੇਬਾਜ਼ ਜਾਂ ਦੂਸਰਾ ਕਹਿੰਦੇ ਆ ਉਹ ਤਾਂ ਹੈ ਹੀ ਹੈ। ਲੇਕਿਨ ਉਹਦੇ ਲਈ ਸਭ ਤੋਂ ਹਾਰਸ਼ ਮੂਮੈਂਟ ਹੋਏਗੀ ਜਦੋਂ ਲਗਭਗ 1 ਘੰਟੇ ਲਈ ਜ਼ੈਲੈਂਸਕੀ ਦੇ ਨਾਲ ਉਹਦੀ ਮੁਲਾਕਾਤ ਹੋਈ, ਕਿਉਂਕਿ ਬਾਅਦ ਜਦੋਂ ਜ਼ੈਲੈਂਸਕੀ ਨੇ ਮੀਡੀਆ ਦੇ ਨਾਲ ਜਿਹੜਾ ਐਕਸਚੇਂਜ ਆਫ ਵਿਊਜ਼ ਕੀਤਾ ਤੇ ਆਲਮੋਸਟ ਉਹੀ ਕੁਝ ਜੋ ਉਹਨੇ ਮੋਦੀ ਨੂੰ ਕਿਹਾ ਹੋਏਗਾ ਉਹਨੇ ਮੀਡੀਆ ਦੇ ਨਾਲ ਵੀ ਗੱਲ ਕਰਦੇ ਆ ਜ਼ੈਲੈਂਸਕੀ ਦੇ ਕਿਹਾ। ਪਹਿਲਾਂ ਜਦੋਂ ਇੰਸਟਾਗ੍ਰਾਮ ਤੇ ਪੋਸਟ ਪਾਈ, ਤੁਸੀਂ ਮੋਦੀ ਦੀ ਸ਼ਕਲ ਦੇਖੋ ਇਵੇਂ ਹੈ ਜਿਵੇਂ ਕਿਸੇ ਨੇ ਛੱਤਰ ਮਾਰ ਕੇ ਕੱਢਿਆ ਹੁੰਦਾ ਹੈ, ਔਰ ਬਿਲਕੁਲ ਨਹੀਂ ਤਾਂ ਇਹ ਤਾਂ ਡਰਾਮੇਬਾਜ਼ ਕੁਛ ਨਾ ਕੁਛ ਜਿਹੜਾ ਉਹ ਫੇਕ ਜਿਹੀ ਲਾਲੀ ਵੀ ਪਤਾ ਨਹੀਂ ਲਾ ਕੇ ਆ ਜਾਂਦਾ ਆਪਣੀਆਂ ਗੱਲਾਂ ਤੇ। ਲੇਕਿਨ ਉੱਥੇ ਉਸ ਦੀ ਨਾ ਤਾਂ ਅੱਖ ਮਿਲ ਰਹੀ ਜੇ ਉਹਦੀ ਜ਼ੈਲੈਂਸਕੀ ਦੇ ਨਾਲ ਤੁਸੀਂ ਪਿਕਚਰਸ ਵੀ ਦੇਖਦੇ ਹੋ। ਹਾਲਾਂਕਿ ਆਇਆ ਜੀ ਇੰਸਟਾਗ੍ਰਾਮ ਤੇ ਜਿਹੜੀ ਮੋਦੀ ਜ਼ੈਲੈਂਸਕੀ ਦੀ ਪੋਸਟ ਆਈ 1.5 ਮਿਲੀਅਨ ਲੋਕਾਂ ਨੇ ਦੇਖਿਆ। ਮੈਂ ਕਿਹਾ ਜਿਹੜਾ ਬੰਦਾ ਇਹ ਕਲੇਮ ਕਰਦਾ ਹੈ ਕਿ ਜੀ ਮੈਂ ਦੁਨੀਆ 'ਚ ਸਭ ਤੋਂ ਜ਼ਿਆਦਾ ਫੋਲੋਡ ਲੀਡਰ ਹੈ ਔਰ ਉਸ ਨੂੰ ਜੇ 15 ਲੱਖ ਲੋਕ ਹੀ ਦੇਖਦੇ ਨੇ ਤਾਂ ਇਹਦਾ ਮਤਲਬ ਹੈ ਕਿ ਬਈ ਹਰ ਇੱਕ ਨੂੰ ਪਤਾ ਸੀ ਕਿ ਵੀ ਇਹਦੇ 'ਚੋਂ ਨਾ ਤਾਂ ਇਹ ਕੋਈ ਕੱਢਣ ਪਾਉਣ ਨੂੰ ਸੀ ਇਸ ਮੁਲਾਕਾਤ 'ਚੋਂ। ਲੇਕਿਨ ਜ਼ੈਲੈਂਸਕੀ ਦੇ ਲਈ ਇਹ ਜ਼ਰੂਰ ਇੱਕ ਮੌਕਾ ਸੀ। ਇੱਕ ਪਾਸੇ ਉਹਨੇ ਜਦੋਂ ਪੁਤਿਨ ਨੂੰ ਮਿਲਣੇ ਗਿਆ ਉਹਨੂੰ ਭੰਨਿਆ ਸੀ ਕਿ ਵੀ ਇਹ ਕਿਵੇਂ ਹੋ ਸਕਦਾ ਕਿ ਵੀ ਇੱਕ ਲੋਕਤੰਤਰ ਮੁਲਕ ਕਹਾਣ ਵਾਲੇ ਜਿਹੜੇ ਨੇ ਉਹ ਇਸ ਕਿਸਮ ਦੀ ਸਾਂਝ ਰੱਖਣ। ਔਰ ਇਸ ਸਾਰੇ 'ਚ ਜਿਹੜਾ ਮੋਦੀ ਨੇ ਆਪਣਾ ਉਹੀ ਪਾਰਟ ਰੱਖਿਆ ਕਿ ਜੀ ਅਸੀਂ ਅਸੀਂ ਨਿਊਟਰਲ ਨਹੀਂ ਹੈ, ਵੀ ਆਰ ਔਨ ਦਾ ਸਾਈਡ ਆਫ ਦਾ ਪੀਸ। ਅਸੀਂ ਅਮਨ ਦੇ ਨਾਲ, ਪਰ ਕੋਈ ਹੈ ਨਹੀਂ, ਨਾ ਹੀ ਕੋਈ ਜੁਆਇੰਟ ਸਟੇਟਮੈਂਟ ਇਸ ਦੇ ਉੱਤੇ, ਨਾ ਹੀ ਕੋਈ ਸਮਝੌਤਾ ਹੋਣਾ ਸੀ। ਤੇ ਜਿਵੇਂ ਮੈਂ ਕਿਹਾ ਵੀ ਅਮਰੀਕਾ ਨੇ ਗੋਡਾ ਰੱਖਿਆ ਤੇ ਮੋਦੀ ਦਾ ਜਾਣਾ ਮਜਬੂਰੀ ਸੀ। ਔਰ ਲੇਕਿਨ ਮੈਨੂੰ ਜ਼ੈਲੈਂਸਕੀ, ਹਾਲਾਂਕਿ ਜ਼ੈਲੈਂਸਕੀ ਕੋਈ ਸਟੇਟਸਮੈਨ ਨਹੀਂ ਹੈ ਜਾਂ ਜਦੋਂ ਇਹ ਸ਼ੁਰੂ 'ਚ ਬਣਿਆ ਕਮੇਡੀਅਨ ਸੀ, ਲੇਕਿਨ ਮੈਂ ਜਿਹੜਾ ਕੁਛ ਲੋਕ ਜਿਹੜੇ ਜਦੋਂ ਜਿਸ ਰੋਲ 'ਚ ਆਉਂਦੇ ਨੇ ਉਹਦੇ 'ਚ ਜੋ ਰੋਲ ਪਲੇ ਕਰਦੇ ਨੇ ਆਪਣੇ ਲੋਕਾਂ ਦਾ ਮੋਰਾਲ, ਔਰ ਇਸ ਵੇਲੇ ਯੂਕਰੇਨ ਨੇ ਬਹੁਤ ਹੈਵੀ ਕੈਜੂਅਲਟੀਜ਼ ਲਈਆਂ। ਕਿਸੇ ਨੂੰ ਟਰੂ ਪਿਕਚਰ ਤਾਂ ਨਹੀਂ ਆਉਂਦੀ ਕਿਉਂਕਿ ਦੋਨੋਂ ਸਾਈਡਸ ਆਪੋ ਆਪਣਾ ਨੈਰੇਟਿਵ ਦਿੰਦੇ ਨੇ, ਲੇਕਿਨ ਲੱਖਾਂ ਦੀ ਗਿਣਤੀ ਦੇ ਵਿੱਚ ਯੂਕਰੇਨੀਅਨ ਮਰੇ ਨੇ, ਜੇ ਲੱਖਾਂ ਦੀ ਗਿਣਤੀ 'ਚ ਰਸ਼ੀਅਨ ਮਰੇ ਨੇ। ਲੇਕਿਨ ਇਸ ਨੇ ਇਹਦੇ ਬਾਵਜੂਦ ਉਹਦੇ ਕੋਲ ਚੋਇਸ ਸੀ ਕਿ ਵੀ ਉਹ ਨਿਕਲੇ, ਪਰ ਉਹਨੇ ਔਰ ਆਪਣੀ ਵਾਈਫ ਜਿਹੜੀ ਸ਼ਾਇਦ ਐਕਟਰੈਸ ਸੀ ਉਹਨੇ ਵੀ ਜਿਹੜਾ ਉਹ ਆਪਣੇ ਲੋਕਾਂ ਦੇ ਵਿੱਚ ਰਹਿ ਕੇ ਉਹਦੇ ਜਿੱਥੇ ਰਹਿ, ਹੁਣ ਕੀਵ ਦੇ ਉੱਤੇ ਵੀ ਮਿਸਲਸ ਡਿੱਗਦੀਆਂ ਨੇ, ਪਰ ਉਹਨੇ ਆਪਣੇ ਲੋਕਾਂ ਦਾ ਮਨੋਬਲ ਕਾਇਮ ਰੱਖਿਆ। ਔਰ ਇਹ ਕੋਇਨਸੀਡੈਂਸ ਜਦੋਂ ਮੈਂ ਕਿਹਾ ਇਹ ਹੈ ਕਿ ਵੀ ਉਦੋਂ ਰਸ਼ੀਆ ਹਮਲਾਵਰ ਸੀ ਜਦੋਂ ਮੋਦੀ ਔਰ ਪੁਤਿਨ ਮਾਸਕੋ ਦੇ ਵਿੱਚ ਮਿਲ ਰਹੇ ਸੀ ਰੈਂਚ ਦੇ ਵਿੱਚ, ਤੇ ਹੁਣ ਆਲਮੋਸਟ ਪਿਛਲੇ 3-4 ਦਿਨਾਂ ਤੋਂ ਜਿਵੇਂ ਯੂਕਰੇਨ ਰਸ਼ੀਅਨ ਟੈਰੀਟਰੀ 'ਚ ਜਾ ਕੇ ਉਹਨੇ ਆਕੂਪਾਈ ਕੀਤਾ ਹੈ। ਇੱਕ ਅੰਦਾਜ਼ੇ ਮੁਤਾਬਕ 1000 ਸਕੁਅਰ ਮਾਈਲ ਤੋਂ ਜ਼ਿਆਦਾ ਉਹਨਾਂ ਦਾ ਕਲੇਮ ਹੈ। ਹੁਣ ਰਸ਼ੀਆ ਨੇ ਵਾਪਸ ਜਿਹੜਾ ਉਹ ਕਰਨਾ ਕਾਊਂਟਰ ਅਟੈਕ। ਸੋ ਮੈਨੂੰ ਇਹ ਲੱਗਦਾ ਸੀ ਕਿ ਵੀ ਮੇਬੀ ਜੇ ਇਹਨੂੰ ਬਿਲਕੁਲ ਹੀ ਜ਼ਿਲਚ ਕਰਨਾ ਹੋਏ ਮੋਦੀ ਨੂੰ ਵੀ, ਤੇ ਜਦੋਂ ਮੋਦੀ ਉੱਥੇ ਬੈਠਾ ਉਦੋਂ ਰਸ਼ੀਆ ਕਾਊਂਟਰ ਅਟੈਕ ਕਰ ਸਕਦਾ ਸੀ, ਪਰ ਇੰਨਾ ਉਹਨਾਂ ਨੇ ਮੇਰਾ ਖਿਆਲ ਹੈ ਇਹਨੂੰ ਫੇਸ ਸੇਵਿੰਗ ਰਸ਼ੀਆ ਨੇ ਦੇ ਦਿੱਤੀ ਹੈ। ਹਾਲਾਂਕਿ ਮੀਡੀਆ ਦੇ ਵਿੱਚ ਜਦੋਂ ਮੈਂ ਦੇਖ ਰਿਹਾ ਸੀ BBC ਦਾ ਕਿ ਵੀ ਯੂਕਰੇਨੀਅਨ ਮੀਡੀਆ 'ਚ ਕੀ ਆਇਆ, ਰਸ਼ੀਅਨ ਮੀਡੀਆ 'ਚ ਕੀ ਆਇਆ, ਹਰ ਇੱਕ ਨੂੰ ਪਤਾ ਹੈ ਕਿ ਵੀ ਇਹ ਨੌਟੰਕੀ ਕਰ ਰਿਹਾ। ਉਹਨਾਂ ਨੇ ਕਿਹਾ ਕਿ ਭਾਈ ਇਹ ਕਿਉਂਕਿ ਨਾ ਮੋਦੀ ਨੇ UN ਸਿਕਿਉਰਿਟੀ ਕਾਉਂਸਲ 'ਚ ਨਾ ਜਨਰਲ ਅਸੈਂਬਲੀ 'ਚ ਅੱਜ ਤੱਕ ਈਵਨ ਕੰਡੈਮ ਵੀ ਨਹੀਂ ਕੀਤਾ, ਤੇ ਨਾਲ ਤੁਸੀਂ ਕਹੀ ਜਾਓ ਜੀ ਅਸੀਂ ਯੂਕਰੇਨ ਦੀ ਸੋਵਰਨਿਟੀ ਔਰ ਫਰੀडम ਦੀ ਹਮਾਇਤ ਕਰਦੇ ਹਾਂ,
ਤੇ ਫਿਰ ਜਿਹੜਾ ਜਿਹਨੇ ਸੋਵਰਨਟੀ ਵਾਇਲੇਟ ਕੀਤੀ ਹੈ ਉਹਦੀ ਗੱਲ ਕਰੋ। ਔਰ ਤੁਸੀਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਹੋ ਜਿਹਦੇ 'ਚ ਤੁਸੀਂ ਅਮਰੀਕਾ ਔਰ ਕੈਨੇਡਾ ਵਰਗੇ ਮੁਲਕ ਦੀ ਜਿਹੜੀ ਆ ਸੋਵਰਨਟੀ ਵਾਇਲੇਟ ਕਰ ਰਹੇ ਹੋ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ, ਔਰ ਇਹ ਵੀ ਕੋਇਨਸੀਡੈਂਸ ਦੇ ਨਾਲ ਇਹ ਡੈਲੀਬਰੇਟ ਹੈ ਕਿ ਜਦੋਂ ਐਨ ਮੋਦੀ ਉੱਥੇ ਬੈਠਾ ਹੋਇਆ ਹੈ ਫਰਾਈਡੇ ਦੇ ਦਿਨ ਹੀ ਉਹ ਮਿਲਦਾ ਹੈ ਤੇ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਨੇ ਉਹ ਜ਼ੈਲੈਂਸਕੀ ਨੂੰ ਕਾਲ ਕਰਦੇ ਨੇ ਔਰ ਉਸ ਨੂੰ ਕਹਿੰਦੇ ਨੇ ਕਿ ਭਾਈ ਅਸੀਂ ਬੜੇ ਜਿਹੜਾ ਹੋਰ ਵੀ ਅਸੀਂ ਮਦਦ ਕਰਾਂਗੇ, ਫੌਜੀ ਜਿਹੜੀ ਹੈ ਹੈਲਪ ਜਿਹੜਾ ਪੈਕੇਜ ਅਮਰੀਕਾ ਵੱਲੋਂ ਦਿੱਤਾ ਜਾ ਰਿਹਾ ਹੈ, ਏਅਰ ਡਿਫੈਂਸ ਮਿਸਲਸ ਟੂ ਪ੍ਰੋਟੈਕਟ ਯੂਕਰੇਨਸ ਕ੍ਰਿਟੀਕਲ ਇਨਫਰਾਸਟਰਕਚਰ, counter drone equipment, anti-armor missiles to defend against Russia's evolving tactics in the battlefield, and ammunition for frontline soldiers and the mobile rocket systems that protect them. और उन्हें नाल दी नाल बाइडन ने कहा कि रशिया जड़ा है will not prevail in this conflict. The independent people of Ukraine will prevail, and United States, our allies and our partners will continue to stand with them every step of the way. ਹੁਣ ਤੱਕ ਅਮਰੀਕਾ $55 ਬਿਲੀਅਨ ਤੋਂ ਜ਼ਿਆਦਾ ਦੀ ਮਦਦ ਜਿਹੜੀ ਹੈ ਜਿਹਦੇ 'ਚ ਜ਼ਿਆਦਾ ਡਿਫੈਂਸ ਇਕਵਿਪਮੈਂਟ ਔਰ ਦੂਸਰੀ ਹੈ ਉਹ ਦੇ ਚੁੱਕਾ ਹੈ। ਔਰ ਨਾਲ ਦੀ ਨਾਲ ਅੱਜ ਜਦੋਂ ਮੋਦੀ ਦੇ ਉੱਥੇ ਬੈਠਿਆਂ ਬਾਈਡਨ ਫਰਦਰ ਇਹ ਜਿਹੜਾ ਇਕਵਿਪਮੈਂਟ ਔਰ ਹਥਿਆਰ ਭੇਜਣ ਦੀ ਗੱਲ ਕਰ ਰਿਹਾ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਅਸੀਂ 400 ਇੰਡੀਵਿਜੂਅਲਸ ਦੇ ਉੱਤੇ ਜਿਹੜੀਆਂ ਇਹਨਾਂ ਇੰਡੀਵਿਜੂਅਲ ਇੰਡੀਅਨ ਵੀ ਨੇ ਜ਼ਿਆਦਾ ਔਰ ਰਸ਼ੀਅਨ ਵੀ ਨੇ ਉਹਨਾਂ ਦੇ ਉੱਤੇ ਅਸੀਂ ਆਰਥਿਕ ਪਾਬੰਦੀਆਂ ਲਾਈਆਂ ਕਿਉਂਕਿ ਇਹ ਉਹ ਨੇ ਜਿਹੜੇ ਕਿ ਆਪਣੇ ਪ੍ਰੋਡਕਟ ਰਸ਼ੀਆ ਦੇ ਨਾਲ ਡੀਲ ਕਰਕੇ ਰਸ਼ੀਆ ਨੂੰ ਸਸਟੇਨ ਕਰ ਰਹੇ ਨੇ ਇਕਨੋਮਿਕਲੀ। ਸੋ ਇਹ ਵੀ ਇੰਡੀਆ ਦੇ ਮੂੰਹ ਤੇ ਚਪੇੜ ਸੀ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਮੋਦੀ ਉੱਥੇ ਬੈਠਾ ਹੋਇਆ ਹੈ ਔਰ ਰਸ਼ੀਆ ਜਿਹੜਾ 400 ਇੰਡੀਵਿਜੂਅਲਸ ਦੇ ਉੱਤੇ ਸੈਂਕਸ਼ਨਸ ਲਾ ਰਿਹਾ ਜਿਨ੍ਹਾਂ 'ਚ ਗੁੱਡ ਨੰਬਰ ਇੰਡੀਅਨਸ ਦਾ ਵੀ ਹੈ। ਔਰ ਇਹ ਜਿਹੜੇ ਨੇ ਨਾਲ ਦੀ ਨਾਲ ਸਟੇਟ ਡਿਪਾਰਟਮੈਂਟ ਨੇ ਇਹ ਵੀ ਕਿਹਾ ਕਿ ਭਾਈ ਅੱਜ ਅਸੀਂ 190 ਹੋਰ ਦੇ ਉੱਤੇ ਸੈਂਕਸ਼ਨਸ ਲਾਈਆਂ ਨੇ ਔਰ ਇਸ ਦੇ ਨਾਲ ਜਿਹੜਾ ਹੈ ਆਲਰੇਡੀ ਜਿਹੜੀਆਂ 200 ਦੇ ਕਰੀਬ ਸੀ ਸੋ ਕੁੱਲ ਹੁਣ 400 ਇੰਡੀਵਿਜੂਅਲਸ ਨੇ ਜਿਨ੍ਹਾਂ ਤੇ ਸੈਂਕਸ਼ਨਸ ਨੇ। ਔਰ ਇਹ ਉਸ ਦੇ ਨਾਲ ਜਿਹੜਾ ਸੈਂਕਸ਼ਨਸ ਨੇ ਕਮਰਸ ਡਿਪਾਰਟਮੈਂਟ ਨੇ ਵੀ ਕਿਹਾ ਕਿ ਵੀ ਅਸੀਂ ਅਗਰੈਸਿਵ ਐਕਸ਼ਨ ਲੈ ਰਹੇ ਹਾਂ ਤਾਂ ਕਿ ਜਿਹੜੇ ਲੋਕ ਰਸ਼ੀਆ ਨੂੰ ਕਿਸੇ ਨਾ ਕਿਸੇ ਹਵਾਲੇ ਨਾਲ ਮਦਦ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਉਹ ਨੁਕਸਾਨ ਪਹੁੰਚਾਇਆ ਜਾਏ ਕਿਉਂਕਿ ਕ੍ਰੈਮਲਿਨ ਦੀ ਇਲੀਗਲ ਵਾਰ ਹੈ ਯੂਕਰੇਨ ਦੇ ਉੱਤੇ। ਹੁਣ ਜਿਹੜੀਆਂ ਜ਼ੈਲੈਂਸਕੀ ਨੇ ਸਿੱਧੀਆਂ ਗੱਲਾਂ ਕੀਤੀਆਂ ਔਰ ਉਸ ਨੂੰ ਈਵਨ ਜਿਹੜਾ ਦਾ ਹਿੰਦੂ ਦੀ ਬਿਊਰੋ ਹੈ ਉਹਨੇ ਵੀ ਲਾਇਆ ਇਫ ਇੰਡੀਆ ਚੇਂਜਸ ਇਟਸ ਐਟੀਟਿਊਡ ਟੁਵਰਡਸ ਰਸ਼ੀਆ ਦਾ ਵਾਰ ਵਿਲ ਐਂਡ ਜ਼ੈਲੈਂਸਕੀ। ਇਹ ਉਹਨਾਂ ਨੇ ਮੀਡੀਆ ਨੂੰ ਵੀ ਔਰ ਉਹਨੂੰ ਵੀ ਮੋਦੀ ਨੂੰ ਵੀ ਖਰੀ ਸੁਣਾਈ ਕਿ ਤੁਹਾਡੀ ਵਜ੍ਹਾ ਕਰਕੇ ਰਸ਼ੀਆ ਦੇ ਨਾਲ ਇਹ ਜੰਗ ਜਾਰੀ ਹੈ। ਔਰ ਉਹਦਾ ਫਿਰ ਉਹਨੇ ਐਕਸਪਲੇਨ ਕੀਤਾ, ਉਹਨੇ ਕਿਹਾ ਕਿ ਵੀ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਰਸ਼ੀਅਨ ਆਇਲ ਦਾ ਕਿ ਵੀ ਤੁਸੀਂ ਖਰੀਦ ਰਹੇ ਹੋ ਵੀ ਤੁਹਾਡੀ ਤਾਂ $2 ਬਿਲੀਅਨ ਦੀ ਉਹਨਾਂ ਨਾਲ ਟ੍ਰੇਡ ਸੀ ਉਹਨਾਂ ਦੇ ਹਮਲੇ ਤੋਂ ਪਹਿਲਾਂ, ਹੁਣ ਤੁਸੀਂ $22 ਬਿਲੀਅਨ ਤੇ ਪਹੁੰਚ ਗਏ ਹੋ ਕਿਉਂਕਿ describing India as a big country and big influence on Russian economy, Ukrainian President Zelensky on Friday said, if India and Indians change their attitude, Indians ਉਹ ਜਿਹੜੇ ਪ੍ਰਾਈਵੇਟ ਕੰਪਨੀਆਂ ਰਸ਼ੀਆ ਦੇ ਨਾਲ ਜਿਹੜੀਆਂ ਨੇ ਉਹ ਵਪਾਰ ਕਰ ਰਹੀਆਂ ਨੇ, if they change their attitude towards Russia, the war will end because Russian President Vladimir Putin will end it. He was talking of India's record-breaking deals for oil from Russia. ਵੀ ਤੁਸੀਂ ਤਾਂ ਸਾਰੇ ਹੱਦ ਬੰਨੇ ਟੱਪ ਦਿੱਤੇ ਨੇ। ਔਰ 1 ਘੰਟੇ ਦਾ ਮੀਡੀਆ ਇੰਟਰੈਕਸ਼ਨ ਜਿਹੜਾ ਉਹਨੇ ਜ਼ੈਲੈਂਸਕੀ ਨੇ ਕੀਤਾ, ਉਹਨੇ ਕਿਹਾ ਠੀਕ ਹੈ ਮੇਰੀ ਮੁਲਾਕਾਤ ਮੋਦੀ ਦੇ ਨਾਲ ਬੜੀ ਚੰਗੀ ਰਹੀ ਪਰ ਅਸੀਂ ਇਹ ਦੇਖ ਰਹੇ ਹਾਂ ਕਿ ਬਈ ਇਹ ਜਦੋਂ ਤੱਕ ਬਿਕੋਜ਼ ਟੂਡੇ ਮੈਨੀ ਪੋਸੀਬਿਲਿਟੀਜ਼ ਆਫ ਰਸ਼ੀਅਨ ਐਕਸਪੋਰਟਸ ਆਰ ਕਲੋਜ਼ਡ your country is open ਕਿ ਬਾਕੀ ਤਾਂ ਵਪਾਰ ਕਰਦੇ ਇਹਨਾਂ ਨੇ ਬੰਦ ਕਰ ਦਿੱਤੀਆਂ ਆਪਸ਼ਨ, ਤੁਸੀਂ ਉਹਨਾਂ ਨੂੰ ਜਿਹੜਾ ਜਿਉਂਦੇ ਰੱਖਿਆ ਹੋਇਆ। if you stop import of oil, Putin will have huge challenges ਕਿ ਤੁਸੀਂ ਬੰਦ ਕਰ ਦਿਓ ਤੇਲ ਲੈਣਾ, ਪੁਤਿਨ ਦੇ ਕੋਲ ਭੱਜਣ ਤੋਂ ਬਿਨਾਂ ਜਿਹੜਾ ਉਹ ਕੋਈ ਚਾਰਾ ਨਹੀਂ ਰਹੇਗਾ। ਔਰ ਉਸਨੇ ਕਿਹਾ ਕਿ ਵੀ ਇਹ ਜਿਹੜੀ ਪੁਤਿਨ ਹੈ ਉਹਨੇ ਵਾਰ ਇਕਨੋਮੀ ਬਣਾਈ ਹੈ ਐਂਡ ਬਿਲੀਅਨਸ ਆਰ ਕਮਿੰਗ ਫਰੋਮ ਇੰਡੀਆ ਕਿ ਜੋ ਤੁਸੀਂ
ਉਹਨਾਂ ਸਸਟੇਨ ਤੁਸੀਂ ਕੀਤਾ ਹੋਇਆ, ਵੀ ਸ਼ੁੱਡ ਸਟਾਪ ਗਿਵਿੰਗ ਮਨੀ ਇਨ ਸਟਰੈਂਥਨਿੰਗ ਰਸ਼ੀਅਨ ਆਰਮਸ। ਤੁਸੀਂ ਦੇ ਰਹੇ ਹੋ, ਹਥਿਆਰ ਖਰੀਦ ਰਹੇ ਨੇ, ਸਾਡੇ ਬੇਗੁਨਾਹ ਲੋਕਾਂ ਨੂੰ ਮਾਰ ਰਹੇ ਨੇ, ਸਾਡਾ ਜਿਹੜਾ ਉਹ ਰਿਸਪੈਕਟ ਜਿਹੜਾ ਸਾਡਾ ਆਨਰ ਨੂੰ ਵੀ ਉਹ ਡਿਸਟਰੋਏ ਕਰ ਰਹੇ ਨੇ। ਉਹਨੇ ਫਿਰ ਕਿਹਾ ਵੀ ਇੰਡੀਆ, ਉਹਨੇ ਕਿਹਾ UN ਰੈਜ਼ੋਲੂਸ਼ਨਸ ਵੀ ਇੰਡੀਆ ਨੇ ਕੋਈ ਨਹੀਂ ਕੀਤਾ ਹੈ, ਜਿਹੜਾ ਉਸ ਤੋਂ ਭੱਜਦੇ ਰਹੇ ਨੇ। ਪਰ ਉਹ ਕਹਿੰਦਾ ਵੀ ਚਲੋ ਇਹ ਹੁਣ ਪਾਸ ਦੀ ਗੱਲ ਹੈ, ਵੀ ਅਸੀਂ ਵੀ ਡੋਂਟ ਹੈਵ ਟਾਈਮ ਟੂ ਲੁੱਕ ਐਟ ਦਾ ਪਾਸਟ, ਆਈ ਵਾਂਟ ਟੂ ਬਿਲਡ ਸਮਥਿੰਗ ਗੁੱਡ, ਸਮਥਿੰਗ ਪੋਜ਼ਿਟਿਵ। ਚਲੋ ਪਾਛੇ ਕੀ ਹੈ, ਜੋ ਬੀਤੀ ਸੋ ਬੀਤੀ, ਆਗੇ ਸਮਝ ਚਲੋ ਆਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਉਹਨੇ ਮੋਦੀ ਨੂੰ ਕਿਹਾ ਕਿ ਜੋ ਤੁਸੀਂ ਬੀਤੇ 'ਚ ਕਰਦੇ ਰਹੇ ਹੋ ਉਹ ਤਾਂ ਜੋ ਤੁਸੀਂ ਕੀਤਾ ਹੀ ਕੀਤਾ, ਅੱਗੇ ਦੇਖੋ। ਆਈ ਵੈਰੀ ਮਚ ਵਾਂਟ ਯੂਰ ਕੰਟਰੀ ਔਨ ਆਵਰ ਸਾਈਡ and not balancing, Mr. Zelensky went on said maybe your country is key to this। ਹੁਣ ਇਸ ਤੋਂ ਸਟੇਟ ਆਫ ਕੋਈ ਡਿਪਲੋਮੇਸੀ ਨਹੀਂ। ਇਹ ਹੁੰਦਾ ਹੈ ਜਿਹੜੇ ਲੋਕ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨਹੀਂ ਹੁੰਦੇ, ਕਿਉਂਕਿ ਲੜ ਰਿਹਾ ਆਪਣੇ ਲੋਕਾਂ ਦਾ ਦਰਦ, ਉਹ ਦੇਖ ਰਿਹਾ, ਲਾਸ਼ਾਂ ਖਿਲ ਰਹੀਆਂ, ਉਹ ਵਾਪਸ ਉਹ ਲੜ ਰਿਹਾ। ਸੋ ਉਸ ਦੇ ਨਾਲ ਨਾਲ ਇਹਨੇ ਜੈ ਸ਼ੰਕਰ ਨੇ ਔਰ ਦੂਸਰਾ ਆਰਗੂਮੈਂਟ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਈਰਾਨ ਤੋਂ ਜਾਂ ਵੈਨਜ਼ੂਏਲਾ ਤੋਂ ਵੀ ਲੈਂਦੇ ਸੀ, ਉਹਨਾਂ ਤੇ ਵੀ ਸੈਂਕਸ਼ਨਸ ਨੇ। ਇੱਕ ਇਕੋਨਮੀ ਜਿਹੜੀ ਹੈ ਆਇਲ ਸਟ੍ਰੈਟਜੀ ਹੁੰਦੀ ਹੈ, ਇੱਕ ਬਾਈ ਆਇਲ ਹੁੰਦਾ ਹੈ, ਇੱਕ ਮਾਰਕੀਟ ਸਟ੍ਰੈਟਜੀ ਹੁੰਦੀ ਹੈ। ਜਿਵੇਂ ਬੰਦਾ ਜਿਹੜਾ ਪ੍ਰੋਫੈਸਰ ਨੂੰ ਬਹੁਤਾ ਕਿਸੇ ਸਵਾਲ ਦਾ ਜਵਾਬ ਨਾ ਆਏ ਕਲਾਸ ਤੇ, ਉਹ ਫਿਰ ਐਂ ਹਿੱਲ ਕੇ ਐਂ ਕਰ ਰਿਹਾ ਹੁੰਦਾ, ਪੂਰੇ 4 ਫਿਕਰੇ ਬੋਲ, ਉਹਨੂੰ ਪਤਾ ਹੁੰਦਾ ਵੀ ਇਹਨੂੰ ਖੁਦ ਸਮਝ ਨਹੀਂ ਹੈ ਕੀ। ਕਿਉਂਕਿ ਜ਼ੈਲੈਂਸਕੀ ਨੇ ਇਵੇਂ ਡਾਇਰੈਕਟ ਹਿੱਟ ਕੀਤਾ। ਪਹਿਲਾਂ ਤਾਂ ਵੈਸੇ ਹੀ ਅਮਰੀਕਾ ਨੇ ਜਿਵੇਂ ਗੋਡਾ ਰੱਖਿਆ ਧੌਣ ਤੇ ਜਾਣ ਤੇ ਮਜਬੂਰ ਹੋਇਆ। ਸੋ ਮੈਨੂੰ ਇਹ ਲੱਗਦਾ ਕਿ ਭਾਈ ਇਹ ਕਿੰਨਾ ਕੁ ਇਹਨਾਂ ਤੇ, ਕਿਉਂਕਿ ਇਸ ਵੇਲੇ ਨਵੰਬਰ 'ਚ ਚੇਂਜ ਆਫ ਗਾਰਡ ਹੋਣਾ ਵਾਈਟ ਹਾਊਸ ਦਾ, ਫਰਦਰ ਪਾਲਿਸੀਜ਼ ਤਾਂ ਉਦੋਂ ਹੀ ਡਿਸਾਈਡ ਹੋਣਗੀਆਂ। ਪਰ ਘੱਟੋ ਘੱਟ ਇਹ ਮੋਦੀ ਐਂਡ ਕੰਪਨੀ ਜਿਹੜੇ ਸੀ, ਇਹਨਾਂ ਨੂੰ ਇਹਨਾਂ ਦੀ ਔਕਾਤ ਜ਼ਰੂਰ ਜ਼ੈਲੈਂਸਕੀ ਨੇ ਦਿਖਾ ਦਿੱਤੀ ਹੈ। ਜੀ ਰਾਜਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਵੀਰ ਤੇ ਬੇਨਤੀ ਕਰਦੀ ਹਾਂ, ਵੀਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।